ਜੀਓ, ਜਿਵੇਂ ਤੁਸੀਂ ਜਾਣਦੇ ਹੋ ਆਪਣਾ ਇਹ ਖਾਸ ਪ੍ਰੋਗਰਾਮ 400 ਸਾਲਾ ਸ਼ਤਾਬਦੀ ਸਮਾਰੋਹ ਧੰਨ ਗੁਰੂ ਤੇਗ ਬਹਾਦਰ ਜੀ, ਉਹਨਾਂ ਦੀ ਜਨਮ ਸ਼ਤਾਬਦੀ ਨੂੰ ਆਪਾਂ ਇਹ ਪ੍ਰੋਗਰਾਮ ਸਮਰਪਿਤ ਕੀਤਾ ਹੋਇਆ ਹੈ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੀ ਵਿਚਾਰ ਆਪਾਂ ਕਰਦੇ ਆ ਰਹੇ ਹਾਂ। ਪਹਿਲੇ 8 ਸ਼ਬਦ ਆਪ ਜੀ ਸਰਵਣ ਕਰ ਚੁੱਕੇ ਹੋ, 9ਵੇਂ ਸ਼ਬਦ ਦੀ ਵਿਚਾਰ ਆਪਾਂ ਕਰਨੀ ਹੈ। ਆਓ ਆਪਾਂ ਰਲ ਮਿਲ ਕੇ ਫਤਿਹ ਦੀ ਸਾਂਝ ਆਪਸ ਵਿੱਚ ਪਾਈਏ ਤੇ ਬਾਣੀ ਦੀ ਵਿਚਾਰ ਆਪਾਂ ਸ਼ੁਰੂ ਕਰੀਏ। ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ ਜਸਵਿੰਦਰ ਸਿੰਘ ਬਡਰੁੱਖਾਂ ਤੇ ਮੈਂ ਜਸਵਿੰਦਰ ਸਿੰਘ। ਰਲ ਮਿਲ ਕੇ ਗੁਰਬਾਣੀ ਦੀ ਵਿਚਾਰ ਨਾਲ ਆਪਾਂ ਜੁੜਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 8 ਸ਼ਬਦ ਆਪ ਜੀ ਸਰਵਣ ਕਰ ਚੁੱਕੇ ਹੋਏ ਹੋ। ਵਿਚਾਰਧਾਰਾ ਆਪਾਂ ਗੁਰਬਾਣੀ ਦੇ ਅਕੋਰਡਿੰਗ ਲੈ ਕੇ ਚੱਲੇ ਹੋਏ ਹਾਂ। ਉਸੇ ਟਰੈਕ ਉੱਪਰ ਚੱਲਦੇ ਹੋਏ ਸਤਿਗੁਰੂ ਦੀ ਪਾਵਨ ਬਾਣੀ ਨੂੰ ਸਮਝਣ ਵਿੱਚ ਆਪਾਂ ਲੱਗੇ ਹੋਏ ਹਾਂ। ਕੋਸ਼ਿਸ਼ ਆਪਾਂ ਕਰ ਰਹੇ ਹਾਂ ਸਮਝਿਆ ਜਾਵੇ। ਹੁਣ ਇਹ ਜਿਹੜਾ ਹੈ ਸ਼ਬਦ 9ਵਾਂ ਸ਼ਬਦ ਗੌੜੀ ਰਾਗ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਅੰਤਲਾ ਸ਼ਬਦ ਲਿਖਦੇ ਹਨ। ਗੌੜੀ ਮਹਲਾ 9ਵਾਂ। ਨਰ ਅਚੇਤ ਪਾਪ ਤੇ ਡਰ ਰੇ, ਦੀਨ ਦਇਆਲ ਸਗਲ ਭੈ ਭੰਜਨ, ਸ਼ਰਨ ਤਾਹਿ ਤੁਮ ਪਰ ਰੇ। ਰਹਾਉ। ਵੇਦ ਪੁਰਾਨ ਜਾਸ ਗੁਣ ਗਾਵਤ, ਤਾਕੋ ਨਾਮ ਹੀਐ ਮੋਹ ਧਰ ਰੇ। ਪਾਵਨ ਨਾਮ ਜਗਤ ਮੈਂ ਹਰ ਕੋ, ਸਿਮਰ ਸਿਮਰ ਕਸਮਲ ਸਭ ਹਰ ਰੇ। ਮਾਨਸ ਦੇਹ ਬਹੁਰ ਨਹ ਪਾਵੈ, ਕਛੂ ਉਪਾਉ ਮੁਕਤ ਕਾ ਕਰ ਰੇ। ਨਾਨਕ ਕਹਿਤ ਗਾਏ ਕਰੁਣਾ ਮੈਂ, ਭਵ ਸਾਗਰ ਕੈ ਪਾਰ ਉਤਰ ਰੇ। ਇਹ 9ਵਾਂ ਸ਼ਬਦ ਆ, ਗੌੜੀ ਰਾਗ ਦਾ ਅੰਤਲਾ ਸ਼ਬਦ ਹੈ ਗੁਰੂ ਤੇਗ ਬਹਾਦਰ ਜੀ ਦਾ। ਆਪਾਂ ਵਿਸ਼ਰਾਮ ਤੇ ਉਚਾਰਨ ਦੀ ਗੱਲ ਕਰ ਲਈਏ, ਫਿਰ ਆਪਾਂ ਅਰਥ ਭਾਵ ਸਮਝਾਂਗੇ। ਨਰ ਅਚੇਤ ਵਿਸ਼ੇਸ਼ਣ ਹੈ ਅਚੇਤ ਨਰ ਦਾ, ਤੇ ਦੋਵੇਂ ਸ਼ਬਦ ਸੰਬੋਧਨੀ ਨੇ, ਇਸ ਲਈ ਵਿਸ਼ਰਾਮ ਅਚੇਤ ਉੱਪਰ ਲੱਗੇਗਾ। ਨਰ ਅਚੇਤ ਪਾਪ ਤੇ ਡਰ ਰੇ, ਇਦਾਂ ਨਹੀਂ ਆਪ ਜੀ ਨੇ ਪੜ੍ਹਨਾ। ਨਰ ਅਚੇਤ ਪਾਪ ਤੇ ਡਰ ਰੇ ਇਉਂ ਪੜ੍ਹਨਾ ਆ। ਅਚੇਤ ਸ਼ਬਦ ਉੱਪਰ ਵਿਸ਼ਰਾਮ ਦੇ ਕੇ। ਦੀਨ ਦਇਆਲ ਸਗਲ ਭੈ ਭੰਜਨ, ਭੰਜਨ ਤੇ ਵਿਸ਼ਰਾਮ ਦੇਣਾ। ਸ਼ਰਨ ਤਾਹਿ ਤੁਮ ਪਰ ਰੇ, ਸ਼ਰਨ ਸੱਸੇ ਪੈਰ ਬਿੰਦੀ। ਵੇਦ ਪੁਰਾਨ ਜਾਸ ਗੁਣ ਗਾਵਤ, ਇੱਥੇ ਵਿਸ਼ਰਾਮ। ਤਾਕੋ ਨਾਮ, ਤਾਕੋ ਇਹਨੂੰ ਤਾਂਕੋ ਨਹੀਂ ਪੜ੍ਹਨਾ, ਤਾਕੋ ਨਾਮ ਹੀਐ ਮੋਹ ਧਰ ਰੇ, ਨਾਮ ਤੇ ਅਰਧ ਵਿਸ਼ਰਾਮ ਆਪ ਜੀ ਨੇ ਦੇਣਾ ਹੈ। ਪਾਵਨ ਨਾਮ ਜਗਤ ਮੈਂ ਹਰ ਕੋ, ਪਾਵਨ ਨਾਮ ਜਗਤ ਮੈਂ ਹਰ ਕੋ। ਮੈਂ ਇਹਨੂੰ ਮੈਂ ਨਹੀਂ ਪੜ੍ਹਨਾ, ਮਮੇ ਦਲਾਵਾਂ ਉੱਤੇ ਬਿੰਦੀ ਨਹੀਂ ਲਾਉਣਾ, ਮੈਂ ਸ਼ਬਦ ਹੀ ਨੂੰ ਪੜ੍ਹਨਾ ਹੈ। ਇਹ ਸੰਬੰਧਕੀ ਸ਼ਬਦ ਹੈ ਇੱਥੇ। ਪਾਵਨ ਨਾਮ ਜਗਤ ਮੈਂ ਹਰ ਕੋ, ਸਿਮਰ ਸਿਮਰ ਕਸਮਲ ਸਭ ਹਰ ਰੇ। ਕਸਮਲ ਇਹਨੂੰ ਕਸਮਲ ਜਾਂ ਕੋਈ ਹੋਰ ਸ਼ਬਦ ਨਹੀਂ ਪੜ੍ਹਨਾ, ਕਸਮਲ ਇਹਨੂੰ ਉਚਾਰਨ ਕਰਨਾ ਹੈ। ਮਾਨਸ ਦੇ ਬਹੁਰ ਨਹ ਪਾਵੈ, ਨਹਿ ਪਾਵੈ ਨਹੀਂ ਪੜ੍ਹਨਾ, ਨੰਨਾ ਹਾਹਾ ਨਹ ਇਹਦਾ ਉਚਾਰਨ ਕਰਨਾ। ਨਹ ਇਹਨੂੰ ਨਹਿ ਇੱਦਾਂ ਨਹੀਂ ਪੜ੍ਹਨਾ ਤੁਸੀਂ। ਜ਼ਿਆਦਾਤਰ ਪੜ੍ਹਿਆ ਜਾਂਦਾ ਹੈ ਮਾਨਸ ਦੇ ਬਹੁਰ ਨਹਿ ਪਾਵੈ, ਨਹਿ ਨਹੀਂ ਪੜ੍ਹਨਾ। ਨਹ ਨੰਨਾ ਮੁਕਤਾ ਨ, ਹਾਹਾ ਮੁਕਤਾ ਹ। ਮਾਨਸ ਦੇ ਬਹੁਰ ਨਹ ਪਾਵੈ, ਕਛੂ ਉਪਾਉ ਮੁਕਤ ਕਾ ਕਰ ਰੇ। ਨਾਨਕ ਕਹਿਤ ਵਿਸ਼ਰਾਮ ਗਾਏ ਕਰੁਣਾ ਮੈਂ। ਕਰੁਣਾ ਮੈਂ ਇਕੱਠੇ ਹੀ ਸ਼ਬਦ ਪੜ੍ਹਨਾ ਆ। ਕਰੁਣਾ ਮੈਂ ਨਹੀਂ ਪੜ੍ਹਨਾ, ਕਰੁਣਾ ਮੈਂ। ਮਈ, ਮੈਂ ਦਾ ਅਰਥ ਹੈ ਇੱਥੇ ਮਈ, ਇਸ ਲਈ ਇਸ ਦਾ ਉਚਾਰਨ ਮੈਂ ਹੀ ਰਹੇਗਾ। ਤੇ ਮੈਂ ਸ਼ਬਦ ਕਰੁਣਾ ਦੇ ਨਾਲ ਜੁੜ ਕੇ ਪੜ੍ਹਿਆ ਜਾਏਗਾ। ਸ਼ਬਦ ਜੁਟ ਬਣੇਗਾ ਕਰੁਣਾ ਮੈਂ। ਇੱਦਾਂ ਪਾਠ ਆਪ ਜੀ ਨੇ ਕਰਨਾ। ਗਾਏ ਕਰੁਣਾ ਮੈਂ, ਇੱਥੇ ਵਿਸ਼ਰਾਮ। ਭਵ ਸਾਗਰ ਕੈ ਪਾਰ ਉਤਰ ਰੇ। ਸੋ ਆਓ ਆਪਾਂ ਹੁਣ ਇਸ ਨੂੰ ਸਮਝੀਏ। ਗੁਰੂ ਤੇਗ ਬਹਾਦਰ ਮਹਾਰਾਜ ਸਮਝਾ ਰਹੇ ਨੇ 9ਵੇਂ ਪਾਤਸ਼ਾਹ। ਨਰ ਅਚੇਤ ਕਹਿੰਦੇ, ਹੇ ਅਚੇਤ ਮਨੁੱਖ, ਹੇ ਨਾ ਸਮਝ ਮਨੁੱਖ, ਪਾਪ ਤੇ ਡਰ ਰੇ। ਤੂੰ ਪਾਪਾਂ ਤੋਂ ਡਰ। ਪਾਪ ਜਿਹੜੇ ਮਾੜੇ ਕਰਮ ਨੇ, ਉਹਨਾਂ ਮਾੜੇ ਕਰਮਾਂ ਤੋਂ ਡਰ। ਮਾੜੇ ਕਰਮਾਂ ਦਾ ਭੈ ਆਪਣੇ ਅੰਦਰ ਰੱਖ। ਬੁਰਿਆਈ ਤੋਂ ਡਰ। ਡਰਨ ਦਾ ਅਰਥ ਹੈ ਬਈ ਬੁਰਿਆਈ ਤੋਂ ਪਾਸਾ ਵੱਟ ਕੇ ਚੱਲ। ਡਰਨ ਦਾ ਭਾਵ ਇਹ ਨਹੀਂ ਹੈ ਇੱਥੇ ਬਈ ਤੂੰ ਡਰਪੋਕ ਹੋ ਜਾ, ਡਰਾਕਲ ਹੋ ਜਾ, ਐਵੇਂ ਹਰ ਇੱਕ ਤੋਂ ਡਰਦਾ ਫਿਰ। ਨਹੀਂ ਨਹੀਂ ਨਹੀਂ, ਪਾਪ ਤੋਂ ਡਰ, ਬੁਰੇ ਕੰਮਾਂ ਤੋਂ। ਭਾਵ ਬੁਰੇ ਕੰਮ ਨਾ ਕਰ, ਮਾੜੇ ਕੰਮ ਨਾ ਕਰ। ਮਾੜੇ ਕੰਮ ਕਰਨਾ ਠੀਕ ਬੰਦਿਆਂ ਲਈ ਸ਼ੋਭਾ ਨਹੀਂ ਦਿੰਦਾ। ਇਹ ਜੀਵਨ ਆ, ਇਹ ਜ਼ਿੰਦਗੀ ਆ, ਸੰਘਰਸ਼ ਆ। ਇੱਕ ਵਾਰੀ ਇਹ ਜ਼ਿੰਦਗੀ ਪ੍ਰਾਪਤ ਹੋਈ ਹੈ, ਇਸ ਲਈ ਇਸ ਨੂੰ ਸਫਲ ਕਰਨ ਦਾ ਉਦਮ ਕਰ। ਆਪਣੇ ਸਮਾਜ ਵਾਸਤੇ ਸੋਚ, ਆਪਣੇ ਬਾਰੇ ਸੋਚ, ਬਿਹਤਰ ਜੀਵਨ ਬਣਾਉਣ ਬਾਰੇ ਸੋਚ।
ਪਰ ਉਹ ਇਹਨਾਂ ਸਾਰੇ ਜਿਹੜੇ ਹੈਗੇ ਆ ਪ੍ਰਾਪਤੀਆਂ, ਇਹਨਾਂ ਪ੍ਰਾਪਤੀਆਂ ਦੇ ਲਈ ਅਚੀਵ ਕਰਨ ਵਾਸਤੇ ਇਹਨਾਂ ਪਦਵੀਆਂ ਨੂੰ ਵੀ ਚੰਗਾ ਆਪਣਾ ਜੀਵਨ ਹੋਵੇ, ਚੰਗਾ ਆਲਾ ਦੁਆਲਾ ਸਮਾਜ ਹੋਵੇ, ਉਹ ਪ੍ਰਾਪਤੀ ਦੇ ਲਈ ਤੂੰ ਮਾੜਾ ਕੰਮ ਨਹੀਂ ਕਰਨਾ, ਬੁਰੇ ਰਸਤੇ ਤੇ ਨਹੀਂ ਪੈਣਾ, ਬੁਰੇ ਰਸਤੇ ਉੱਪਰ ਚੱਲ ਕੇ ਆਪਣੇ ਜੀਵਨ ਨੂੰ ਬਿਹਤਰ ਬਣਾਉਣ ਦਾ ਖਿਆਲ ਆਪਣੇ ਮਨ ਵਿੱਚ ਨਾ ਪਾਲ ਬੈਠੀ ਬਈ ਲੋਕਾਂ ਨਾਲ ਠੱਗੀ ਮਾਰ ਕੇ ਪੈਸੇ ਜੁਟਾ ਕੇ ਤੇ ਅਮੀਰ ਹੋ ਜਾਾਂਗੇ ਤੇ ਐਸ਼ ਕਰਾਂਗੇ। ਨਾ, ਡਰ ਰੇ ਇਹਨਾਂ ਕੰਮਾਂ ਤੋਂ ਡਰ, ਇਹ ਕੰਮ ਨਾ ਕਰ। ਆਪਣਾ ਹੱਥ ਪਾਉ ਕਰ ਕਾਮ ਸਭ, ਘਾਲ ਖਾਏ ਕਿਛੁ ਹੱਥੋਂ ਦੇ, ਕਿਰਤ ਕਮਾਈ ਕਰ ਆਪਣੀ। ਭਾਈ ਗੁਰਦਾਸ ਜੀ ਵੀ ਦੱਸਦੇ ਆ ਨਾ, ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੈ। ਕਿਰਤ ਕਮਾਈ, ਉਹਦੇ ਵਿੱਚੋਂ ਜਿੰਨੀ ਪ੍ਰਾਪਤੀ ਹੁੰਦੀ ਹੈ, ਸਬਰ ਸੰਤੋਖ ਨਾਲ ਆਪਣੀ ਜ਼ਿੰਦਗੀ ਉਹਦੇ ਵਿੱਚ ਹੀ ਬਸਰ ਕਰ। ਹਾਂ, ਆਪਣੇ ਕਾਰੋਬਾਰ ਨੂੰ ਵਧਾ ਸਕਦਾ, ਵਪਾਰ ਨੂੰ ਵਧਾ ਸਕਦਾ, ਕੋਈ ਬਿਜ਼ਨਸ ਕਰਦਾ ਆ ਉਸ ਨੂੰ ਹੋਰ ਵੱਧ ਤੂੰ ਐਕਸਟੈਂਡ ਕਰ ਸਕਦਾ ਆ। ਜੌਬ ਦੇ ਵਿੱਚ ਤਰੱਕੀ ਕਰਕੇ ਉੱਪਰ ਹੋਰ ਤੂੰ ਜਾ ਸਕਦਾ ਆ, ਪਰ ਉਹਦੇ ਲਈ ਹੀਲਾ ਵਸੀਲਾ ਜੋ ਵੀ ਵਰਤਣਾ ਉਹ ਮਾੜਾ ਨਾ ਹੋਵੇ, ਉਹ ਵਿਸ਼ੇ ਵਿਕਾਰਾਂ ਨਾਲ ਭਰਿਆ ਨਾ ਹੋਵੇ, ਉਹ ਸਹੀ ਹੋਵੇ। ਬੇਸ਼ੱਕ ਉਹਦੇ ਲਈ ਤੈਨੂੰ ਜਿਹੜੀ ਹੈਗੀ ਆ ਪਦਵੀ ਉੱਚੀ ਮਿਲਣ ਦੀ ਥਾਂ ਤੇ ਤੇਰੀ ਜਿਹੜੀ ਹੋਣੀ ਆ ਨਾ ਪਦੋਨਤੀ ਹੋਣੀ ਆ, ਪਦ ਉੱਨਤੀ ਭਾਵੇਂ ਤੇਰੀ ਨਾ ਵੀ ਹੋਵੇ, ਬਹੁਤ ਵੱਡੀ ਪ੍ਰਾਪਤੀ ਤੈਨੂੰ ਨਾ ਵੀ ਹੋਵੇ, ਸੰਤੁਸ਼ਟ ਰਹਿ, ਸੱਚ ਤੇ ਪਹਿਰਾ ਦੇ। ਸੱਚ ਤੇ ਪਹਿਰਾ ਦੇਣ ਵਾਲੇ ਅਕਸਰ ਝੂਠ ਦੇ ਮੈਦਾਨ ਦੇ ਵਿੱਚ ਉਹ ਪ੍ਰਾਪਤੀਆਂ ਦੀ ਆਸ ਨਹੀਂ ਰੱਖਿਆ ਕਰਦੇ। ਇਸ ਲਈ ਬੁਰੇ ਕੰਮਾਂ ਤੋਂ ਭਾਈ ਤੌਬਾ ਕਰ, ਬੁਰੇ ਕੰਮਾਂ ਵਾਲੇ ਰਸਤੇ ਉੱਪਰ ਨਾ ਤੁਰ, ਸਚਿਆਰ ਜੀਵਨ ਜਾਂਚ ਨੂੰ ਆਪਣੀ ਜ਼ਿੰਦਗੀ ਅੰਦਰ ਧਾਰਨ ਕਰ। ਦੀਨ ਦਇਆਲ ਸਗਲ ਭੈ ਭੰਜਨ, ਦੀਨ ਦਇਆਲ, ਦੀਨਾਂ ਉੱਪਰ ਦਇਆਲੂ ਹੋਣ ਵਾਲਾ ਪਰਮੇਸ਼ਰ। ਸਗਲ ਭੈ ਭੰਜਨ, ਸਾਰੇ ਹੀ ਭੈਆਂ ਨੂੰ ਖਤਮ ਕਰਨ ਵਾਲਾ, ਡਰਾਂ ਨੂੰ ਭੰਨ ਦੇਣ ਵਾਲਾ, ਮੁਕਾ ਦੇਣ ਵਾਲਾ। ਸ਼ਰਨ ਤਾਂ ਹੀ ਤੁਮ ਪਰ ਰੇ, ਉਸ ਦੀ ਸ਼ਰਨ ਵਿੱਚ ਪਿਆ ਰਹੋ। ਰੱਬ ਦੀ ਸ਼ਰਨ ਵਿੱਚ ਪੈਣਾ ਕੀ ਹੈ? ਤਾਂ ਕਿ ਸ਼ਰਨ ਪਿਆ ਸੁਖ ਪਾਈਏ, ਜਾ ਕੀ ਸ਼ਰਨ ਪਿਆ ਸੁਖ ਪਾਈਏ, ਬਹੁੜ ਦੁੱਖ ਨਾ ਹੋਈ। ਵਾਹਿਗੁਰੂ ਜੀ ਦੀ, ਰੱਬ ਦੀ ਸ਼ਰਨ ਐਸੀ ਸ਼ਰਨ ਆ, ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨਸੇ ਸੁਖ ਪਾਇਆ। ਪ੍ਰਭੂ ਜੀ ਦੀ ਸ਼ਰਨ ਐਸੀ ਸ਼ਰਨ ਆ, ਜਿਸ ਸ਼ਰਨ ਵਿੱਚ ਗਿਆ ਸਗਲ ਭੈ ਲਾਥੇ, ਭੈ ਲੈ ਜਾਂਦੇ ਆ। ਡਰ ਕਦੋਂ ਹੁੰਦਾ? ਹੁਣ ਇਹ ਸਮਝੋ, ਡਰ ਉਦੋਂ ਹੁੰਦਾ ਮਨੁੱਖ ਦੇ ਮਨ ਵਿੱਚ ਜਦੋਂ ਮਨੁੱਖ ਕੋਈ ਗਲਤ ਕੰਮ ਕਰਦਾ, ਕੋਈ ਮਾੜਾ ਕੰਮ ਕਰਦਾ। ਜਦੋਂ ਕੁਝ ਲੁਕਾਉਂਦਾ ਨਾ, ਉਦੋਂ ਡਰ ਹੁੰਦਾ। ਪਰ ਜਦੋਂ ਕੁਝ ਲੁਕਾਉਂਦਾ ਨਹੀਂ ਆ, ਜੋ ਹੈ ਜਿਵੇਂ ਹੈ ਉਵੇਂ ਦੱਸ ਦਿੱਤਾ, ਉਵੇਂ ਬਿਆਨ ਕਰ ਦਿੱਤਾ, ਫਿਰ ਕਾਹਦਾ ਡਰ ਆ? ਫਿਰ ਨਹੀਂ ਡਰ। ਜਦੋਂ ਮਾੜਾ ਕੁਝ ਕੀਤਾ ਹੀ ਨਹੀਂ, ਫਿਰ ਕਾਹਦਾ ਡਰ? ਫਿਰ ਨਹੀਂ ਡਰ। ਉੱਥੇ ਡਰ ਨਹੀਂ ਹੋਇਆ ਕਰਦਾ। ਡਰ ਹੁੰਦਾ ਇੱਕ ਪਾਸੇ ਤੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਜਾ ਰਿਹਾ, ਇੱਕ ਪਾਸੇ ਗੰਗੂ ਨੂੰ ਫੜ ਲਿਆ ਜਾਂਦਾ। ਸਾਹਿਬਜ਼ਾਦੇ ਵੀ ਵਜ਼ੀਰ ਖਾਂ ਦੁਆਰਾ ਕੈਦ ਕੀਤੇ ਜਾਂਦੇ ਆ ਤੇ ਗੰਗੂ ਨੂੰ ਵੀ। ਗੰਗੂ ਦੇ ਅੰਦਰ ਡਰ ਆ, ਭੈ ਆ, ਪਰ ਸਾਹਿਬਜ਼ਾਦੇ ਅੰਦਰ ਨਹੀਂ ਆ, ਕਿਉਂਕਿ ਸਾਹਿਬਜ਼ਾਦੇ ਸਚਿਆਰ ਨੇ, ਗੰਗੂ ਕੂੜਿਆਰ ਆ, ਉਹ ਡਰਿਆ ਹੋਇਆ। ਹਮੇਸ਼ਾ ਹੀ ਪਾਪ ਕਮਾਉਣ ਵਾਲਾ, ਬੁਰਾ ਕੰਮ ਕਰਨ ਵਾਲਾ ਮਨੁੱਖ ਉਹ ਡਰੇਗਾ, ਪਰ ਜੋ ਸਚਿਆਰ ਜੀਵਨ ਜਾਂਚ ਆਪਣੀ ਜ਼ਿੰਦਗੀ ਅੰਦਰ ਧਾਰਨ ਕਰਕੇ ਰੱਖਦਾ ਆ ਨਾ, ਉਹ ਕਦੀ ਡਰਿਆ ਨਹੀਂ ਕਰਦਾ, ਉਹਦੇ ਅੰਦਰ ਡਰ ਨਹੀਂ ਹੁੰਦਾ। ਉਹ ਆਖੇਗਾ ਵੀ ਠੀਕ ਹੈ, ਜੋ ਹੋਏਗਾ ਵੇਖ ਲਾਂਗੇ, ਅਸੀਂ ਕਿਹੜਾ ਕੋਈ ਗਲਤੀ ਕੀਤੀ ਆ, ਮਾੜਾ ਕੰਮ ਕੋਈ ਕੀਤਾ ਨਹੀਂ, ਡਰੀਏ ਕਿਸ ਤੋਂ? ਡਰੀਏ ਤਾਂ ਜੇ ਕੁਛ ਕੀਤਾ ਹੋ। ਡਰਦਾ ਕੌਣ ਹੈ? ਸੋ ਡਰੈ ਜੇ ਪਾਪ ਕਮਾਉਂਦਾ ਧਰਮੀ ਵਿਕਸੇਤ, ਉਹ ਡਰਦਾ ਆ ਜਿਹੜਾ ਮਾੜਾ ਕੰਮ ਕਰਦਾ ਹੈ ਨਾ। ਹੁਣ ਬੱਚਾ ਘਰੋਂ ਗਿਆ, ਬਾਹਰ ਲੜਕੇ ਆ ਗਿਆ, ਤੇ ਪਤਾ ਆ ਵੀ ਜੇ ਪੇਰੈਂਟਸ ਨੂੰ ਪਤਾ ਚੱਲਿਆ ਤੇ ਇਹਨਾਂ ਨੇ ਡਾਂਟਣਾ, ਫਿਰ ਹੁਣ ਡਰ ਕੇ ਕਮਰੇ 'ਚ ਵੜ ਜਾਂਦਾ, ਚੁੱਪ ਕਰ ਜਾਂਦਾ, ਜਮਾਂ ਹੀ ਗੱਲ ਨਹੀਂ ਕਰਦਾ ਵੀ ਜੇ ਪਤਾ ਚੱਲਿਆ ਤੇ ਮਾਰਨਾ, ਡਾਂਟਣਾ ਮੈਨੂੰ। ਹੁਣ ਉਹ ਡਰ ਆ ਉਹਦੇ ਅੰਦਰ, ਕਿਉਂਕਿ ਬਾਹਰ ਗਲਤੀ ਕਰਕੇ ਆਇਆ। ਜੇ ਗਲਤੀ ਨਾ ਕੀਤੀ ਹੋਵੇ ਫਿਰ ਡਰ ਹੋਏਗਾ ਨਹੀਂ। ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਪ੍ਰਭੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ, ਆਲੇ ਦੁਆਲੇ ਵਿੱਚ ਵਸਿਆ ਹੋਇਆ ਜਾਣ ਕੇ ਜਦੋਂ ਅਸੀਂ ਜੀਵਾਂਗੇ, ਸਾਡੀ ਸੁਰਤ ਜਦੋਂ ਪਰਮੇਸ਼ਰ ਨੂੰ ਅਨੁਭਵ ਕਰੇਗੀ ਤੇ ਸਾਰੇ ਪਾਸੇ ਨੂੰ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਉਹ ਰਟ ਨਾ ਮੈਂ ਆਖਾਂ, ਉਹ ਅਹਿਸਾਸ ਮਨ ਨੂੰ ਜਦੋਂ ਲੱਗ ਜਾਏਗਾ,
ਮਨ ਜਦੋਂ ਉਸ ਨੂੰ ਅਨੁਭਵ ਕਰ ਲਏਗਾ ਤਾਂ ਅਨੁਭਵ ਕਰਨ ਤੋਂ ਪਿੱਛੋਂ ਫਿਰ ਮਨ ਸਰੀਰ ਦੀ ਰਾਹੀਂ ਜਗਤ ਵਿੱਚ ਵਿਚਰੇਗਾ ਨਾ, ਤਾਂ ਇਹਦੇ ਅੰਦਰ ਕੋਈ ਡਰ ਨਹੀਂ ਹੋਏਗਾ। ਇਹ ਹਰ ਥਾਂ ਦੇ ਉੱਪਰ ਇਵੇਂ ਵਿਚਰੇਗਾ ਬਈ ਇੱਥੇ ਵੀ ਉੱਥੇ ਵੀ ਹਰ ਥਾਂ ਤੇ ਮੇਰਾ ਰਖਵਾਲਾ ਪਰਮੇਸ਼ਰ ਮੌਜੂਦ ਹੈ। ਇੱਥੇ ਉੱਥੇ ਰਖਵਾਲਾ ਪ੍ਰਭ ਸਾਹਿਬ ਦੀਨ ਦਇਆਲਾ। ਪੜ੍ਹਦੇ ਆ ਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਪਰਮੇਸ਼ਰ ਤੇ ਹਰ ਥਾਂ ਤੇ ਰਖਵਾਲਾ ਆ। ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕਹਿ ਹੈ ਸੰਗ। ਉਤੇ ਹਰ ਇੱਕ ਥਾਂ ਤੇ ਘਰ ਸੁਖ ਵਸਿਆ, ਬਾਹਰ ਸੁਖ ਪਾਇਆ। ਰਾਖਾ ਏਕ ਹਮਾਰਾ ਸੁਆਮੀ, ਹਰ ਥਾਂ ਦੇ ਉੱਪਰ ਰੱਖਿਆ ਕਰਦਾ ਵਾ। ਕਿਵੇਂ ਕਰਦਾ ਆ? ਜਦੋਂ ਅਸੀਂ ਉਸ ਨੂੰ ਸਮਝ ਕੇ ਚੱਲਦੇ ਆ, ਉਹਦੇ ਨਾਲ ਜੁੜ ਕੇ ਚੱਲਦੇ ਆ, ਫਿਰ ਉਹ ਆਪੇ ਹੀ ਸਾਡੀ ਰੱਖਿਆ ਕਰਦਾ। ਉਹਨੇ ਆਪੇ ਸਾਡੀ ਰੱਖਿਆ ਕਰਨੀ ਆ। ਇਸ ਲਈ ਪ੍ਰਭ ਕੀ ਸ਼ਰਨ, ਸ਼ਰਨ ਤਾਂ ਹੀ ਤੁਮ ਪਰ ਰੇ, ਦੀਨ ਦਇਆਲ ਸਗਲ ਭੈ ਭੰਜਨ। ਜਿਹਦੀ ਸ਼ਰਨ ਵਿੱਚ ਗਿਆ ਸਾਰੇ ਭੈ ਖਤਮ ਹੋ ਜਾਂਦੇ ਆ। ਜੋ ਦਇਆਲੂ ਹੈ ਉਸ ਦੀ ਸ਼ਰਨ ਵਿੱਚ ਪੈ ਤੇ ਭਾਈ ਪਾਪ ਤੇ ਡਰ ਰੇ, ਪਾਪਾਂ ਤੋਂ ਡਰ, ਮਾੜਾ ਕੰਮ ਨਾ ਕਰ। ਅਗਲੀ ਗੱਲ ਹੈ ਵੇਦ ਪੁਰਾਨ ਜਾਸ ਗੁਣ ਗਾਵਤ। ਜਾਸ ਦਾ ਅਰਥ ਜਿਸ ਦੇ, ਗੁਣ ਗਾਵਤ ਗੁਣ ਗਾਉਂਦੇ ਹੈ। ਵੇਦ ਪੁਰਾਨ, ਵੇਦ ਪੁਰਾਨ ਇਤਿਆਦਿਕ ਧਰਮ ਗ੍ਰੰਥਾਂ ਵਿੱਚ ਜਿਸ ਰੱਬ ਦੇ ਗੁਣ ਗਾਏ ਗਏ ਨੇ, ਤਾਕੋ ਨਾਮ ਹੀ ਹੈ ਮੋਹ ਧਰ ਰੇ। ਉਸ ਦਾ ਨਾਮ ਆਪਣੇ ਮਨ, ਆਪਣੇ ਹਿਰਦੇ ਵਿੱਚ ਟਿਕਾ। ਭਾਵ ਹਰ ਵੇਲੇ ਪਰਮੇਸ਼ਰ ਨੂੰ ਯਾਦ ਰੱਖ, ਕਦੀ ਵੀ ਤੈਨੂੰ ਰੱਬ ਵਿਸਰੇ ਨਾ। ਜਿਸ ਵਿਨ ਘੜੀ ਨਾ ਜੀਵੀਐ, ਵਿਸਰੈ ਸਰੈ ਨ ਬਿੰਦ। ਤਿਸ ਸਿਉ ਕਿਉ ਮਨ ਰੂਸੀਐ, ਜਿਸੈ ਹਮਾਰੀ ਚਿੰਦ। ਵਿਸਾਰ ਨਾ, ਕਿਉਂਕਿ ਆਖਾਂ ਜੀਵਾਂ ਵਿਸਰੈ ਮਰ ਜਾਉ। ਜਦੋਂ ਵਿਸਰ ਜਾਂਦਾ ਹੈ ਉਸ ਵੇਲੇ ਤਾਂ ਸਮਝ ਲਓ ਮੌਤ ਸਹੇੜ ਲਈ। ਮੌਤ ਸਹੇੜਨ ਤੋਂ ਭਾਵ ਕੀ ਹੈ? ਪਾਪੀ ਹੋ ਗਿਆ, ਵਿਕਾਰੀ ਹੋ ਗਿਆ, ਮਾੜੇ ਕਰਮਾਂ 'ਚ ਪੈ ਗਿਆ, ਮਾੜੇ ਖਿਆਲਾਂ 'ਚ ਫਸ ਗਿਆ। ਸੋ ਤਾਕੋ ਨਾਮ ਹੀ ਹੈ ਮੋਹ ਧਰ ਰੇ। ਉਸ ਦਾ ਨਾਮ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖ ਭਾਈ। ਜਦੋਂ ਪਰਮੇਸ਼ਰ ਨੂੰ ਅੱਠੇ ਪਹਿਰ ਆਪਣੇ ਇਰਦ ਗਿਰਦ ਮਹਿਸੂਸ ਕਰੇਗਾ ਤਾਂ ਕਿਸੇ ਵੀ ਥਾਂ ਤੇ, ਭਾਵੇਂ ਕਿਤੇ ਵੀ ਤੂੰ ਹੋਵੇ, ਕਿਤੇ ਵੀ ਕੋਈ ਮਾੜਾ ਕੰਮ ਨਹੀਂ ਕਰੇਗਾ। ਜਦੋਂ ਮਾੜਾ ਕੰਮ ਨਹੀਂ ਕਰੇਗਾ ਫਿਰ ਡਰ ਕੋਈ ਨਹੀਂ ਹੋਏਗਾ। ਬੱਚਿਆਂ ਨੂੰ ਪੜ੍ਹਨ ਵਾਸਤੇ ਵਿਦੇਸ਼ਾਂ 'ਚ ਤੋਰ ਦਿੱਤੇ। ਹੁਣ ਉੱਥੇ ਨਿਆਣੇ ਨੂੰ ਪਤਾ ਆ ਵੀ ਇੱਥੇ ਮੇਰੇ ਪੇਰੈਂਟਸ, ਮੇਰੇ ਘਰ ਦਾ, ਮੇਰੇ ਮਾਤਾ ਪਿਤਾ, ਕੋਈ ਇੱਥੇ ਮੇਰੇ ਨਾਲ ਹੈ ਨਹੀਂ, ਕੋਈ ਵੀ ਹੈ ਨਹੀਂ, ਤਾਂ ਜੋ ਜੀ ਚਾਹੇ ਉਹ ਕਰ ਸਕਦਾ। ਪਰ ਇੱਕ ਉਹ ਰਿਸਪੈਕਟ ਆਪਣੇ ਮਨ 'ਚ ਲਈ ਬੈਠਾ ਹੁੰਦਾ ਵੀ ਨਹੀਂ ਠੀਕ ਹੈ, ਬੇਸ਼ੱਕ ਇੱਥੇ ਮੇਰੇ ਨਾਲ ਨਹੀਂ ਹਨਗੇ, ਪਰ ਫਿਰ ਵੀ ਮੈਂ ਜਦ ਜਾਵਾਂਗਾ ਉਹਨਾਂ ਦੇ ਕੋਲ ਤੇ ਮੈਂ ਜਾਣਾ ਨਾ, ਉਹਨਾਂ ਨੂੰ ਆਪਣੇ ਕੋਲ ਸੱਦਣਾ, ਉਹਨਾਂ ਦੇ ਪ੍ਰਤੀ ਮੈਂ ਸਚਿਆਰ ਰਹਿਣਾ ਆ। ਜਿਸ ਕਰਕੇ ਉਹ ਵਿਦੇਸ਼ ਵਿੱਚ, ਦੇਸ਼ ਵਿੱਚ, ਹਰ ਥਾਂ ਤੇ ਆਪਣੇ ਨਾਲ ਜਾਣਦਾ ਹੋਇਆ ਮਾੜੇ ਕਰਮ ਨਹੀਂ ਕਰਿਆ ਕਰਦਾ। ਬਸ ਇੱਕ ਨਿਰਮਲ ਪਿਆ, ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ। ਵੇਖੈ ਰਾਮ ਹਦੂਰੇ, ਪਰਮੇਸ਼ਰ ਨੂੰ ਹਜ਼ੂਰ, ਹਾਜ਼ਰ ਨਾਜ਼ਰ ਜਾਣਨਾ, ਇਹ ਹੈ ਰੱਬ ਜੀ ਦਾ ਨਿਰਮਲ ਭਉ। ਇਉਂ ਤਾਕੋ ਨਾਮ ਹੀ ਹੈ ਮੋਹ ਧਰ ਰੇ। ਇੱਦਾਂ ਪਰਮੇਸ਼ਰ ਦਾ ਨਾਮ ਆਪਣੇ ਮਨ ਵਿੱਚ ਟਿਕਾ ਕੇ ਰੱਖ। ਅੱਠੇ ਪਹਿਰ ਪਰਮੇਸ਼ਰ ਨੂੰ ਚੇਤੇ ਰੱਖਿਆ ਕਰ। ਦੱਸਦੇ ਹਨ ਪਾਵਨ ਨਾਮ ਜਗਤ ਮੈਂ ਹਰ ਕੋ। ਜਗਤ ਦੇ ਵਿੱਚ ਪਰਮੇਸ਼ਰ ਜੀ ਦਾ ਨਾਮ ਬੜਾ ਹੀ ਪਾਵਨ ਆ। ਪਾਵਨ ਦਾ ਅਰਥ ਪਵਿੱਤਰ। ਉਸ ਨਾਲ ਜੁੜ ਕੇ ਜਿੰਨੇ ਵੀ ਜੁੜੇ ਸਾਰੇ ਹੀ ਪਵਿੱਤਰ ਹੋ ਗਏ ਨੇ। ਹਰ ਇੱਕ ਨੂੰ ਪਵਿੱਤਰਤਾ ਪ੍ਰਾਪਤ ਹੋਈ ਹੈ ਜਿਸ ਨੇ ਵੀ ਪਰਮੇਸ਼ਰ ਦੇ ਨਾਮ ਨਾਲ ਆਪਣੇ ਆਪ ਨੂੰ ਜੋੜਨਾ ਕੀਤਾ ਆ। ਸਿਮਰ ਸਿਮਰ ਕਸਮਲ ਸਭ ਹਰ ਰੇ। ਤੂੰ ਵੀ ਹੈ ਮੇਰੇ ਮਨ ਸਿਮਰ ਸਿਮਰ ਕੇ ਆਪਣੇ ਸਾਰੇ ਕਸਮਲ, ਆਪਣੇ ਪਾਪ, ਆਪਣੀ ਬੁਰਿਆਈ ਉਹਨੂੰ ਖਤਮ ਕਰ ਲੈ। ਹੁਣ ਬੁਰਿਆਈ ਖਤਮ ਕਿਵੇਂ ਹੋਵੇਗੀ? ਚੇਤਾ ਰੱਖਿਓ, ਬੁਰਿਆਈ ਖਤਮ ਹੋਣੀ ਆ ਸਮਝ ਨਾਲ। ਜਿਹੜੀ ਵੀ ਅਗਿਆਨਤਾ, ਜਿਹੜਾ ਵੀ ਮੰਦਾ ਖਿਆਲ ਮਨ ਵਿੱਚ ਟਿਕਿਆ ਹੋਇਆ, ਉਹ ਮਨ ਵਿੱਚੋਂ ਨਿਕਲੇਗਾ ਸਮਝ ਨਾਲ, ਮੰਨਣ ਨਾਲ। ਜੇ ਮੰਨਾਂਗੇ ਨਹੀਂ, ਜੇ ਸਮਝਾਂਗੇ ਨਹੀਂ, ਫਿਰ ਨਹੀਂ ਮਨ ਵਿੱਚੋਂ ਮਾੜੇ ਖਿਆਲ ਨੇ ਨਿਕਲਣਾ। ਹੁਣ ਵੇਖੋ, ਸੜਕ ਤੇ ਜਾ ਰਹੇ ਹਾਂ ਨਾ, ਜੇ ਤੇ ਇਹ ਅਹਿਸਾਸ ਆ ਬਈ ਕਿਹੜਾ ਕੋਈ ਟ੍ਰੈਫਿਕ ਵਾਲਾ ਕਿਸੇ ਨੇ ਸਾਨੂੰ ਪੁੱਛਣਾ ਆ, ਫਿਰ ਤੇ ਬੇਸ਼ੱਕ ਤੁਹਾਡੇ ਕੋਲ ਆਪਣੇ ਵਹੀਕਲ ਦਾ ਕੋਈ ਕਾਗਜ਼ ਵੀ ਨਾ ਹੋਵੇ, ਸੀਟ ਬੈਲਟ ਵੀ ਤੁਸੀਂ ਨਾ ਲਾਈ ਹੋਵੇ, ਡਰਾਈਵਿੰਗ ਲਾਇਸੈਂਸ ਵੀ ਨਾ ਹੋਵੇ, ਇੰਸ਼ੋਰੈਂਸ ਵੀ ਨਾ ਹੋਵੇ ਕਾਰ ਦਾ, ਹੈ ਨਾ, ਉਹਦਾ ਜੋ ਪੋਲਿਊਸ਼ਨ ਕਾਰਡ ਹੁੰਦਾ ਉਹ ਵੀ ਨਾ ਹੋਵੇ,
ਪ੍ਰਦੂਸ਼ਣ ਕਾਲ, ਬੀਮਾ ਵਗੈਰਾ ਕੁਝ ਵੀ ਨਾ ਹੋਵੇ, ਤੁਸੀਂ ਜਾ ਰਹੇ ਹੋ ਬੇਫਿਕਰੀ ਨਾਲ, ਤੇ ਉਹ ਸਾਰੇ ਰੂਲਾਂ ਨੂੰ ਤੋੜਦੇ ਹੋਏ ਓਵਰ ਸਪੀਡ ਵੀ ਜਾਂਦੇ ਆ, ਜਿਹੜੇ ਮੋੜ ਹੁੰਦੇ ਉਹਨਾਂ ਤੇ ਓਵਰਟੇਕ ਵੀ ਕਰਦੇ ਹੋ। ਇਹ ਸਭ ਕਰ ਰਹੇ ਹੋ, ਆਪਣੀ ਮਸਤੀ ਕਰਦੇ ਦੂਜਿਆਂ ਦੇ ਲਈ ਖਤਰਾ ਬਣ ਰਹੇ ਹੋ। ਪਰ ਜੇ ਤੁਹਾਡੇ ਅੰਦਰ ਮਾੜੀ ਮੋਟੀ ਰਿਸਪੈਕਟ ਹੈ ਵੀ ਨਹੀਂ, ਮੈਂ ਆਪਣੀ ਕੰਟਰੀ ਪ੍ਰਤੀ, ਕਾਨੂੰਨ ਪ੍ਰਤੀ, ਆਪਣੇ ਆਪ ਪ੍ਰਤੀ ਸੁਚੇਤ ਹੋਣਾ, ਮੈਂ ਸੀਟ ਬੈਲਟ ਇਸ ਲਈ ਨਹੀਂ ਲਾਉਣੀ ਵੀ ਮੇਰਾ ਚਲਾਨ ਕੱਟੇ, ਬਲਕਿ ਇਸ ਲਈ ਲਗਾਉਣੀ ਹੈ ਬਈ ਮੈਂ ਆਪਣੇ ਆਪ ਨੂੰ ਮਹਿਫੂਜ਼ ਰੱਖਾਂ। ਜੇ ਇਹ ਚੀਜ਼ ਤੁਹਾਡੇ ਅੰਦਰ ਹੈ, ਫਿਰ ਉਹ ਕੀ ਹੋਏਗਾ, ਉਹਨੇ ਹਰ ਵੇਲੇ ਤੁਹਾਨੂੰ ਚੇਤੰਨ ਰੱਖਣਾ, ਉਸ ਸਮਝ ਨੇ ਚੇਤੰਨ ਰੱਖਣਾ ਵੀ ਨਹੀਂ, ਜੇ ਮੇਰੇ ਕੋਲ ਇੰਸ਼ੋਰੈਂਸ ਪੂਰਾ ਹੋਏਗਾ, ਖੁਦਾ ਨਾ ਖਾਸਤਾ ਕਦੀ ਕਾਰ ਨੂੰ ਕੁਛ ਹੋ ਗਿਆ, ਕਿਤੇ ਟੱਚ ਹੋ ਗਈ, ਗੱਡੀ ਨੂੰ ਕੁਛ ਹੋ ਗਿਆ, ਤੇ ਉਹ ਮੈਨੂੰ ਇੰਸ਼ੋਰੈਂਸ ਦੇ ਪੈਸੇ ਤੇ ਮਿਲ ਜਾਣੇ ਆ, ਉਹ ਖਰਚਾ ਤੇ ਮੈਨੂੰ ਪ੍ਰਾਪਤ ਹੋ ਜਾਣਾ, ਉਹ ਤੇ ਮੈਨੂੰ ਮਿਲ ਜਾਏਗਾ। ਤੇ ਜੇ ਸੁਚੇਤ ਹੋ ਕੇ ਚੱਲੇ ਆ, ਫਿਰ ਤੇ ਅਸੀਂ ਆਪਣੀ ਜਿਹੜਾ ਮਾਈਂਡ ਸੈਟਅਪ ਆ ਉਹ ਇਸ ਰੂਪ 'ਚ ਕਰਾਂਗੇ। ਜੇ ਅਸੀਂ ਦੂਸਰੇ ਪਾਸੇ ਚੱਲ ਪਏ ਵੀ ਕਿਹੜਾ ਕੋਈ ਪੁੱਛਦਾ ਕੀ ਹੁੰਦਾ, ਚੱਲੀ ਚੱਲੋ, ਜੇ ਕੋਈ ਹੋਏਗਾ ਦੇਖੀ ਜਾਓ, ਫਿਰ ਹਰ ਇੱਕ ਥਾਂ ਦੇ ਉੱਪਰ ਅਸੀਂ ਆਪਣੇ ਲਈ ਖਤਰਾ ਸਹੇੜਾਂਗੇ, ਦੂਸਰਿਆਂ ਲਈ ਖਤਰਾ ਬਣਾਂਗੇ। ਤੇ ਗੁਰੂ ਸਾਹਿਬ ਸਾਨੂੰ ਜ਼ਿੰਮੇਵਾਰ ਬਣਾ ਰਹੇ ਨੇ। ਗੁਰੂ ਸਾਹਿਬ ਕਹਿੰਦੇ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਜਾਣ, ਹੈ ਹਜ਼ੂਰ ਕਤ ਦੂਰ ਬਤਾਵੋ। ਤੁਸੀਂ ਸਾਨੂੰ ਕਿਉਂ ਦੱਸਦੇ ਹੋ ਬਈ ਰੱਬ ਦੂਰ ਆ? ਹੈ ਹਜ਼ੂਰ, ਰੱਬ ਤੇ ਹਜ਼ੂਰ ਆ, ਨੇੜੇ ਤੋਂ ਵੀ ਨੇੜੇ ਆ। ਹਾਥ ਪੈ ਨੇੜੇ ਕਹਿ ਰਵਿਦਾਸ, ਹਾਥ ਪੈ ਨੇੜੇ ਸਹਜੇ ਹੋਏ ਸੋ ਹੋਈ। ਸੋ ਗੁਰੂ ਸਾਹਿਬ ਹੁਣ ਸਾਨੂੰ ਹੀ ਦੱਸਦੇ ਨੇ ਵੀ ਜਿਹਨੇ ਪਰਮੇਸ਼ਰ ਦੇ ਨਾਮ ਦਾ ਭੈ ਆਪਣੇ ਅੰਦਰ ਬਣਾ ਕੇ ਰੱਖਿਆ, ਭਾਵ ਰੱਬ ਜੀ ਨੂੰ ਹਾਜ਼ਰ ਨਾਜ਼ਰ ਆਲੇ ਦੁਆਲੇ ਜਾਣਿਆ, ਆਪਣੀ ਜ਼ਿੰਦਗੀ 'ਚ ਵਿਚਰਦਾ ਹੋਇਆ, ਉਹ ਕਦੀ ਵੀ ਕੋਈ ਵੀ ਐਸਾ ਕੰਮ ਨਹੀਂ ਕਰਦਾ ਜਿਸ ਉਸ ਦੇ ਕੀਤੇ ਹੋਏ ਕੰਮ ਦੇ ਨਾਲ ਕਿਸੇ ਨੂੰ ਕੋਈ ਨੁਕਸਾਨ ਪੁੱਜੇ ਜਾਂ ਉਸ ਨੂੰ ਸ਼ਰਮਿੰਦਾ ਹੋਣਾ ਪਵੇ। ਸੋ ਅੱਗੋਂ ਦੱਸਦੇ ਨੇ ਮਾਨਸ ਦੇ ਬਹੁਰ ਨਹ ਪਾਵੈ। ਭਾਈ ਆ ਜਿਹੜੀ ਮਨੁੱਖਾ ਦੇਹੀ ਹੈ ਨਾ, ਬਹੁਰ ਨਹ ਪਾਵੈ, ਮੁੜ ਕੇ ਪ੍ਰਾਪਤ ਨਹੀਂ ਹੋਣੀ। ਇੱਕ ਵਾਰ ਇਹ ਹੱਥੋਂ ਗਈ, ਮੁੜ ਕੇ ਪ੍ਰਾਪਤ ਨਹੀਂ ਹੋਣੀ। ਗੁਰੂ ਜੀ ਡਰਾ ਨਹੀਂ ਰਹੇ, ਗੁਰੂ ਜੀ ਸੁਚੇਤ ਕਰ ਰਹੇ ਨੇ ਵੀ ਤੇਰੇ ਕੋਲ ਇੱਕੋ ਹੀ ਚਾਂਸ ਆ, ਇੱਕੋ ਹੀ ਮੌਕਾ ਆ ਤੇਰੇ ਕੋਲ, ਵੇਖੀ ਕਿਤੇ ਇਹਨੂੰ ਗਵਾ ਨਾ ਲਈ। ਜਿਨ੍ਹਾਂ ਕੋਲ ਇੱਕੋ ਹੀ ਮੌਕਾ ਹੁੰਦਾ ਨਾ, ਉਹ ਫਿਰ ਕਿੰਨੇ ਜ਼ਿਆਦਾ, ਕਦੀ ਤੁਸੀਂ ਮੈਚ ਵੇਖਿਆ ਹੋਣਾ ਕ੍ਰਿਕਟ ਦਾ, ਕਈ ਵਾਰੀ ਨਾ ਉਹ ਲਾਸਟ ਤੇ ਆ ਗਿਆ ਬਈ ਸਾਰੇ ਓਵਰ ਖਤਮ ਹੋ ਗਏ, ਇੱਕ ਲਾਸਟ ਬਾਲ ਆ ਤੇ ਰਨ ਕਿੰਨੇ ਚਾਹੀਦੇ ਆ? 4 ਚਾਹੀਦੇ ਆ ਜਿੱਤਣ ਵਾਸਤੇ। ਬੈਟਸਮੈਨ ਤੇ ਕਿੰਨਾ ਪ੍ਰੈਸ਼ਰ ਹੁੰਦਾ, ਜਿਹੜਾ ਬੈਟਿੰਗ ਕਰ ਰਿਹਾ ਹੁੰਦਾ, ਤੇ ਜਿਹੜਾ ਬੌਲਰ ਆ ਜਿਹਨੇ ਬੌਲ ਕਰਨੀ ਆ, ਉਹ ਤੇ ਕਿੰਨਾ ਪ੍ਰੈਸ਼ਰ ਆ, ਉਹ ਕਿੰਨਾ ਅੰਡਰ ਪ੍ਰੈਸ਼ਰ ਖੇਡ ਰਹੇ ਨੇ ਉਹ। ਤੇ ਜਿਹੜੇ ਫੀਲਡਿੰਗ ਕਰ ਰਹੇ ਨੇ ਖਿਡਾਰੀ ਆਲੇ ਦੁਆਲੇ, ਉਹ ਕਿੰਨੇ ਪ੍ਰੈਸ਼ਰ ਵਿੱਚ ਨੇ ਵੀ ਕਿਆ ਪਤਾ ਹੈ ਕਿਸ ਪਾਸੇ ਨੂੰ ਹਿੱਟ ਕਰਦਾ ਹੈ। ਉਹ ਸਭ ਨੂੰ ਜਿਹੜੇ ਵੇਖ ਰਹੇ ਹੁੰਦੇ ਆ ਗੇਮ, ਉਹ ਕਿੰਨਾ ਅੰਡਰ ਪ੍ਰੈਸ਼ਰ ਬੈਠੇ ਹੁੰਦੇ ਆ ਵੀ ਇੱਕੋ ਹੀ ਬਾਲ ਤੇ ਇੱਕੋ ਹੀ ਉਹਨੇ ਹਿੱਟ ਕਰਨਾ, ਤੇ ਉਹਦੇ ਵਿੱਚ ਬਾਜ਼ੀ ਜਾਂ ਇੱਧਰ ਹੋਣੀ ਜਾਂ ਇੱਧਰ ਹੋਣੀ, ਇੰਨੀ ਕੰਸਨਟ੍ਰੇਸ਼ਨ ਦੇ ਨਾਲ ਉਹ ਗੇਮ ਖੇਡ ਰਹੇ ਹੁੰਦੇ ਆ ਵੀ ਇੱਕ ਬਾਲ ਤੇ ਕੁਝ ਵੀ ਹੋ, ਜਿੱਤ ਵੀ ਸਕਦੇ ਆ, ਹਾਰ ਵੀ ਸਕਦੇ, ਬਸ ਇੱਕੋ ਹੀ ਚਾਂਸ ਆ। ਜਦੋਂ ਇਹ ਤੁਹਾਡੇ ਅੰਦਰ ਹੋਵੇ ਨਾ, ਇਹ ਚੀਜ਼ ਜ਼ਿੰਦਗੀ ਪ੍ਰਤੀ ਹੋਵੇ ਵੀ ਇੱਕੋ ਹੀ ਜ਼ਿੰਦਗੀ ਆ, ਬਸ ਆਹੀ, ਇਹਦੇ ਵਿੱਚ ਜਿੱਤਿਆ ਵੀ ਜਾ ਸਕਦਾ, ਇਹ 'ਚ ਹਾਰਿਆ ਵੀ ਜਾ ਸਕਦਾ। ਜਦੋਂ ਇੱਦਾਂ ਅਸੀਂ ਆਪਣੀ ਜ਼ਿੰਦਗੀ ਨੂੰ ਲੈ ਕੇ ਚੱਲਾਂਗੇ, ਸੱਚ ਜਾਣਿਓ, ਫਿਰ ਉਹ ਜਿਉਣ ਦਾ ਤਰੀਕਾ ਹੀ ਕੋਈ ਹੋਰ ਹੋਵੇ। ਜਦੋਂ ਇਹ ਸਮਝਾਂਗੇ, ਉਸ ਵੇਲੇ ਬੜੇ ਧਿਆਨ ਦੇ ਨਾਲ, ਬੜੀ ਇਕਾਗਰਤਾ ਨਾਲ ਆਪਣੀ ਜ਼ਿੰਦਗੀ ਨੂੰ ਅਸੀਂ ਦੇਖਾਂਗੇ, ਤੇ ਫਿਰ ਇਹਦੇ ਇੱਕ ਇੱਕ ਲਮਹੇ ਨੂੰ ਅਸੀਂ ਇਸ ਰੂਪ 'ਚ ਜੀਵਾਂਗੇ ਵੀ ਮੁੜ ਕੇ ਤੇ ਮਿਲਦਾ ਨਹੀਂ, ਇਹਨੂੰ ਮਾਣਿਆ ਜਾਏ। ਮੁੜ ਕੇ ਨਹੀਂ ਇਹ ਜ਼ਿੰਦਗੀ ਪ੍ਰਾਪਤ ਹੋਣੀ। ਇਹ ਸਮਾਂ ਜਿੱਥੋਂ ਦੀ ਹੁਣ ਲੰਘ ਰਹੇ ਹਾਂ, ਮੁੜ ਕੇ ਨਹੀਂ ਮਿਲਣਾ। ਇਸ ਲਈ ਇੱਥੋਂ ਲੰਘਦੇ ਲੰਘਦੇ ਕੋਈ ਐਸਾ ਕਾਰਜ ਨਾ ਕਰ ਜਾਈਏ ਜਿਸ ਕੀਤੇ ਹੋਏ ਕਾਰਜ ਕਰਕੇ ਮੁੜ ਕੇ ਸਾਨੂੰ ਸ਼ਰਮਿੰਦਾ ਹੋਣਾ ਪਵੇ, ਕਿਉਂਕਿ ਮੁੜ ਕੇ ਇੱਥੇ ਆ ਕੇ ਇਹਨੂੰ ਸਵਾਰਿਆ ਤੇ ਨਹੀਂ ਜਾ ਸਕਦਾ। ਤੇ ਇੱਕੋ ਹੀ ਚਾਂਸ ਆ। ਇੱਦਾਂ ਇਕਾਗਰਤਾ ਬਣਾ ਕੇ ਰੱਖਣੀ, ਜਿੱਦਾਂ ਲਾਸਟ ਬਾਲ ਤੇ ਲਾਸਟ ਹਿੱਟ ਹੁੰਦਾ ਆ, ਇੱਦਾਂ ਹੀ ਅਸੀਂ ਇਕਾਗਰਤਾ ਆਪਣੀ ਜ਼ਿੰਦਗੀ ਪ੍ਰਤੀ ਬਣਾ ਕੇ ਰੱਖਣੀ ਆ। ਸੋ ਗੁਰੂ ਸਾਹਿਬ ਕਹਿੰਦੇ ਮਾਨਸ ਦੇਹ ਬਹੁਰ ਨਹ ਪਾਵੈ, ਕਛੂ ਉਪਾਉ ਮੁਕਤ ਕਾ ਕਰ ਰੇ।
ਕੁਛ ਉਪਾਅ ਕਰ ਆਪਣੀ ਆਪਣੀ ਮੁਕਤੀ ਦਾ, ਆਪਣੇ ਆਪ ਨੂੰ ਮੁਕਤ ਕਰਨ ਦਾ ਕੋਈ ਯਤਨ ਕਰ, ਕੋਈ ਉਪਾਅ ਕਰ। ਨਾਨਕ ਕਹਿਤ ਗਾਏ ਕਰੁਣਾਮੈ, ਗੁਰੂ ਜੀ ਕਹਿ ਰਹੇ ਨੇ ਗਾਏ ਕਰੁਣਾਮੈ। ਕਰੁਣਾਮੈ ਦਾ ਅਰਥ ਕਰੁਣਾਮਈ, ਕਰੁਣਾ ਦਾ ਅਰਥ ਹੁੰਦਾ ਤਰਸ, ਕਰੁਣਾਮਈ ਦਾ ਅਰਥ ਤਰਸਵਾਨ, ਦਇਆਵਾਨ। ਦਇਆਵਾਨ ਨੂੰ, ਤਰਸਵਾਨ ਨੂੰ, ਜੋ ਸਾਡੇ ਤੇ ਤਰਸ ਕਰਦਾ, ਦਇਆ ਕਰਦਾ, ਉਸ ਨੂੰ ਗਾ। ਗਾਉਣ ਦਾ ਅਰਥ ਕੀ ਹੈ? ਉਸ ਦੀ ਸਰਵ ਵਿਆਪਕਤਾ ਨਾਲ ਜੁੜ, ਆਪਣੀ ਸੁਰਤ ਨੂੰ ਵਿਸ਼ਵ ਵਿਆਪੀ ਬਣਾ, ਆਪਣੀ ਸੁਰਤ ਨੂੰ ਉਸ ਦੇ ਨਾਲ ਇਕਮਿਕ ਕਰ। ਹੁਕਮ ਨੂੰ ਜਾਣ, ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਭੇਦ ਕਿਹਨਾਂ ਨੇ ਜਾਣਿਆ ਜੀ? ਜਿਨ ਹੁਕਮ ਪਛਾਤਾ, ਜਿਨ੍ਹਾਂ ਨੇ ਹੁਕਮ ਨੂੰ ਪਛਾਣਿਆ। ਹੁਕਮ ਨੂੰ ਪਛਾਣਨ ਦੀ ਕੋਸ਼ਿਸ਼ ਕਰ। ਭਵ ਸਾਗਰ ਕੈ ਪਾਰ ਉਤਰ ਰੇ, ਜਦੋਂ ਭਾਈ ਹੁਕਮ ਪਛਾਣੇਗਾ, ਜਦੋਂ ਕਰੁਣਾਮਈ ਨੂੰ ਗਾਏਗਾ, ਜਦੋਂ ਸਰਵ ਵਿਆਪਕ ਦੇ ਨਾਲ ਸੁਰਤ ਇੱਕ ਸੁਰ ਹੋਏਗੀ, ਫਿਰ ਕੀ ਹੋਏਗਾ? ਭਵ ਸਾਗਰ ਤੋਂ ਪਾਰ ਉਤਰ ਜਾਏਗਾ। ਭਵ ਸਾਗਰ ਤੋਂ ਪਾਰ ਉਤਰਨਾ ਇਉਂ ਨਹੀਂ ਆ ਬਈ ਇੱਕ ਸਮੁੰਦਰ ਆ ਤੇ ਬੇੜੀ 'ਚ ਬੈਠ ਕੇ ਤੇ ਚੱਪੂ ਮਾਰ ਕੇ ਜਾਣਾ, ਨਹੀਂ। ਭਵ ਸਾਗਰ ਤੋਂ ਪਾਰ ਉਤਰਨ ਦਾ ਅਰਥ ਭਾਵ ਇਹ ਹੈ ਕਿ ਸਾਡੀ ਸੁਰਤ ਨੇ ਵਿਸ਼ੇ ਵਿਕਾਰਾਂ ਦੇ ਸਾਗਰ ਤੋਂ ਪਰੇ ਲੰਘਣਾ, ਸਾਡੀ ਸੁਰਤ ਨੇ ਪਾਪਾਂ ਦੇ ਸਮੁੰਦਰ ਤੋਂ ਪਰੇ ਲੰਘਣਾ, ਸਾਡੀ ਸੁਰਤ ਨੇ ਔਗਣਾ ਮਾੜੇ ਖਿਆਲਾਂ ਦੇ ਸਾਗਰ ਤੋਂ ਪਰੇ ਲੰਘਣਾ ਵਾ। ਇਹ ਕੰਮ ਸਾਡੀ ਸੁਰਤ ਨੇ ਕਰਨਾ। ਇੱਕ ਚੰਗੇ ਇਨਸਾਨ ਬਣਨਾ ਹੈ, ਇੱਕ ਐਸੇ ਇਨਸਾਨ ਜੋ ਹਰ ਵੇਲੇ ਆਪਣੇ ਸਿਰਜਣਹਾਰ ਵਿੱਚ ਅਭੇਦ ਰਹਿੰਦੇ ਨੇ, ਜੋ ਹਰ ਵੇਲੇ ਉਸ 'ਚ ਜੁੜੇ ਰਹਿੰਦੇ ਨੇ, ਉਸ 'ਚ ਰਚੇ ਮਿਚੇ ਰਹਿੰਦੇ ਨੇ, ਜੋ ਜਿਨ੍ਹਾਂ ਦੀ ਅਵਸਥਾ ਐਸੀ ਹੋ ਜਾਂਦੀ ਹੈ। ਕਬੀਰ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਜਿਨ੍ਹਾਂ ਦੀ ਅਵਸਥਾ ਇਹ ਬਣ ਜਾਂਦੀ ਹੈ, ਜਿਨ੍ਹਾਂ ਦੇ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ ਹੈ। ਸੋ ਇੱਦਾਂ ਦੱਸਿਆ ਹੈ ਜੀ ਗੁਰੂ ਸਾਹਿਬ ਨੇ, ਅਚੇਤ ਹੇ ਮਨੁੱਖ, ਹੇ ਨਾ ਸਮਝ ਮਨੁੱਖ, ਪਾਪ ਤੇ ਡਰ ਰੇ, ਤੂੰ ਪਾਪਾਂ ਤੋਂ ਡਰ ਪਈ, ਮਾੜੇ ਕੰਮ ਨਾ ਕਰ, ਮਾੜੇ ਕੰਮਾਂ ਤੋਂ ਤੌਬਾ ਕਰ ਤੇ ਚੰਗੇ ਰਸਤੇ ਉੱਪਰ ਚੱਲ। ਸੋ ਇਹ ਸੀ ਸ਼ਬਦ ਗੌੜੀ ਰਾਗ ਦਾ ਅੰਤਲਾ ਸ਼ਬਦ, 9ਵਾਂ ਸ਼ਬਦ। ਇਸ ਤੋਂ ਅੱਗੇ ਰਾਗ ਆਸਾ ਦੇ ਵਿੱਚ ਸ਼ਬਦਾਂ ਦੀ ਸ਼ੁਰੂਆਤ ਹੋ ਜਾਂਦੀ ਹੈ। ਅਗਲੇ ਹਿੱਸੇ ਵਿੱਚ ਆਪਾਂ ਉਸ ਨੂੰ ਸ਼ੁਰੂ ਕਰਾਂਗੇ। ਇਸੇ ਤਰ੍ਹਾਂ ਜੁੜੇ ਰਹੋ ਸਾਡੇ ਨਾਲ YouTube ਚੈਨਲ ਜਸਵਿੰਦਰ ਸਿੰਘ ਬਟਰੁੱਖਾਂ ਦੇ ਉੱਪਰ। ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ